पंजाब एकता पार्टी के अध्यक्ष सुखपाल सिंह खेरा सर्किट हाउस अमृतसर पहुंचे और पार्टी कार्यकर्ताओं और नेताओं के साथ बैठक कर 2022 के चुनाव की सियासत तैयार की। जहां उन्होंने अमृतसर के कार्यकर्ताओं के साथ बैठक की और 2022 के चुनावों पर चर्चा भी की। पंजाब एकता पार्टी के अध्यक्ष सुखपाल सिंह खेरा ने मीडिया को संबोधित करते हुए कहा कि वह पार्टी कार्यकर्ताओं के साथ राज्य में 2022 के चुनाव पर चर्चा करने के लिए सर्किट हाउस अमृतसर पहुंचे थे। इसी को ध्यान में रखते हुए चुनाव की रणनीति बनाई गई है। काला दिवस मनाने के लिए किसान आंदोलन के आह्वान पर उन्होंने कहा कि किसान आंदोलन देश का सबसे बड़ा और सबसे शांतिपूर्ण आंदोलन है और दिल्ली की सरहदों पर किसान अपने अधिकारों के लिए संघर्ष कर रहे हैं, लेकिन मोदी सरकार के तानाशाही रवैये मुगल जो अपने आप को तानाशाह कहते थे उनसे भी बदतर है। मोदी सरकार द्वारा कृषि के काले कानूनों को वैश्विक स्तर पर निंदा की जा रही है। देखो ਸਾਡੇ ਜਿਹੜੇ ਆਪਣੀ ਪਾਰਟੀ ਦੇ ਕਾਰਕੁਨ ਸੀ ਮਾਝੇ ਦੇ ਖਾਸ ਤੌਰ ਤੇ ਜਾਂ ਅੰਮ੍ਰਿਤਸਰ ਦੇ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ। ਉਹਨਾਂ ਨਾਲ ਗੱਲਬਾਤ, ਉਹਨਾਂ ਦੇ ਨਾਲ ਪੋਲੀਟੀਕਲ ਡਿਸਕਸ਼ਨ 2022 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ, ਉਹਦੇ ਨਾਲ ਵਾਰਤਾਲਾਪ ਕਰਨ ਵਾਸਤੇ ਆਏ ਸੀ। ਸਰ ਸੂਤਰਾਂ ਵੱਲ ਪਤਾ ਕਿ ਤੁਸੀਂ ਕਾਂਗਰਸ 'ਚ ਜਾ ਰਹੇ ਹੋ, ਚਰਚਾ ਚੱਲ ਰਹੀ ਹੈ ਜੀ। ਮੈਨੂੰ ਲੈ ਕੇ ਤਾਂ ਚਰਚਾ ਮੇਰੇ ਜਿਹੜੇ ਵਿਰੋਧੀ ਨੇ ਉਹ ਪਿਛਲੇ 5 ਸਾਲ ਤੋਂ ਲੱਗੇ ਹੋਏ ਨੇ। ਮੇਰੇ ਖਿਆਲ ਉਨੀਆਂ ਪਾਰਟੀਆਂ ਨੇ ਜਿੰਨੀਆਂ ਮੇਰੇ ਬਾਰੇ ਉਹਨਾਂ ਨੇ ਚਰਚਾਵਾਂ ਕਰਤੀਆਂ। ਕੋਈ ਮੈਨੂੰ ਕਦੀ ਬੀਜੇਪੀ 'ਚ ਭੇਜ ਦਿੰਦਾ ਸੀ, ਕੋਈ ਮੈਨੂੰ ਅਕਾਲੀ ਦਲ 'ਚ ਭੇਜ ਦਿੰਦਾ ਸੀ, ਇਸ ਤੋਂ ਪਹਿਲਾਂ ਵੀ ਕਾਂਗਰਸ ਵਿੱਚ ਭੇਜ ਚੁੱਕੇ ਨੇ। ਕੋਈ ਮੇਰੇ ਤੇ ਕੋਈ ਕਿਸੇ ਤਰ੍ਹਾਂ ਦੇ ਇਲਜ਼ਾਮ ਲਾਉਂਦਾ, ਮੈਂ ਇਦਾਂ ਦਾ ਆਦਮੀ ਹੈ ਨਹੀਂਗਾ। ਮੈਂ ਜਦੋਂ ਵੀ ਕੋਈ ਫੈਸਲਾ ਲੈਣਾ ਮੈਂ ਆਪ ਉਸ ਦਾ ਖੁਲਾਸਾ ਕਰੂੰਗਾ ਔਰ ਮੈਂ ਸੋਚ ਵਿਚਾਰ ਕੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨਾਲ ਪੰਜਾਬ ਦੇ ਵਿੱਚ ਰਾਏ ਕਰਕੇ ਕਰੂੰਗਾ। ਲੁਕ ਛਿਪ ਕੇ ਕਰਨ ਵਾਲਾ ਕੰਮ ਨਹੀਂਗਾ ਇਹ। ਕਾਂਗਰਸ ਪਾਰਟੀ ਦੇ ਵਿੱਚ ਕਾਫੀ ਪਾੜ ਪਈ ਹੈ। ਕੈਪਟਨ ਮਨਿੰਦਰ ਸਿੰਘ ਵੱਲੋਂ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਦੂਜੇ ਦੇ ਸਵਾਲ ਚੁੱਕੇ ਰਹੇ, ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹ ਕਾਂਗਰਸ ਦਾ ਆਪਣਾ ਇੱਕ ਅੰਦਰੂਨੀ ਮਾਮਲਾ ਨਾ, ਉਹਦੇ 'ਚ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਦਖਲ ਦੇ ਕੇ ਮੈਂ ਉਹਦੇ ਬਾਰੇ ਕੀ ਕਹਿ ਸਕਦਾ। ਇਹਦੇ ਬਾਰੇ ਤਾਂ ਜਿਹੜੇ ਰੈਲੇਵੈਂਟ ਆਦਮੀ ਨੇ ਜਿਹੜੇ ਉਸ ਪਾਰਟੀ ਵਿੱਚ ਇਸ ਵਕਤ ਹਾਜ਼ਰ ਨੇ ਉਹੀ ਦੱਸ ਸਕਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਸਰਕਾਰ ਕਾਂਗਰਸ ਨੂੰ ਆਪਣਾ ਕਪਤਾਨ ਬਦਲ ਦੇਣਾ ਚਾਹੀਦਾ ਹੈ? ਮੈਂ ਕੌਣ ਹੁੰਦਾ ਇੱਦਾਂ ਇਸ ਤਰ੍ਹਾਂ ਦੀ ਗੱਲ ਕਹਿਣ ਵਾਲਾ ਜੀ। ਮੈਂ ਉਸ ਪਾਰਟੀ ਦਾ ਹਲੇ ਮੁੱਢਲਾ ਮੈਂਬਰ ਵੀ ਨਹੀਂ ਗਾ ਸੀ ਜਾਂ ਕੋਈ ਮੇਰਾ ਪਾਰਟੀ ਨਾਲ ਕੋਈ ਇਸ ਵਕਤ ਕੋਈ ਲੈਣ ਦੇਣ ਨਹੀਂ ਗਾ। ਉਹ ਕੀ ਕਰਦੇ ਨੇ, ਕੌਣ ਕੀ ਫੈਸਲਾ ਲੈਂਦੇ ਨੇ, ਇਹ ਸਾਰਾ ਉਹਦੇ ਬਾਰੇ ਮੈਂ ਕੁਝ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ। ਕਿਸਾਨਾਂ ਵੱਲੋਂ ਜੋ ਕਾਲਾ ਦਿਵਸ ਮਨਾਇਆ ਗਿਆ ਕਿੱਦਾਂ ਦੇਖਦੇ? 100% ਅਸੀਂ ਸਭ ਨੇ ਸਪੋਰਟ ਕੀਤੀ। ਮੇਰੀ ਗੱਡੀ ਖੜੀ ਇੱਥੇ ਸਰਕਿਟ ਹਾਊਸ ਉਹਦੇ ਕਾਲਾ ਝੰਡਾ ਬੰਨਿਆ ਉਹ ਸਾਹਮਣੇ ਖੜੀ ਆ ਔਰ ਮੈਂ ਸਮਝਦਾ ਕਿ ਮੋਦੀ ਸਰਕਾਰ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਉਹਦੇ ਦੇਸ਼ ਵਿੱਚ ਸਭ ਤੋਂ ਵੱਡਾ ਅੰਦੋਲਨ ਉੱਠਿਆ ਹੋਵੇ ਔਰ ਉਹ ਅੰਦੋਲਨ ਬੜਾ ਜਾਇਜ਼ ਮੰਗਾਂ ਦੇ ਆਧਾਰਿਤ ਹੋਵੇ। ਉਹ ਅੰਦੋਲਨ ਦਿੱਲੀ ਦੇ ਕੈਪੀਟਲ ਰਾਜਧਾਨੀ ਸ਼ਹਿਰ ਦੀ ਬਰੂਹਾਂ ਦੇ ਉੱਤੇ ਪਿਛਲੇ 6 ਮਹੀਨਿਆਂ ਦਾ ਬੈਠਿਆ ਹੋਵੇ ਤੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਕੋਲ, ਸਰਕਾਰ ਕੋਲ ਇੰਨਾ ਸਮਾਂ ਨਿੱਘਾ ਕਿ ਜਿਹੜੀਆਂ ਉੱਥੇ 400 ਮੌਤਾਂ ਹੋਈਆਂ ਉਹਦੇ ਬਾਰੇ ਇੱਕ ਗੱਲ ਵੀ ਜ਼ਿਕਰ ਕਰਨ, ਉਹਨਾਂ ਦੀਆਂ ਮੰਗਾਂ ਮੰਨਣ, ਉਹਨਾਂ ਨੂੰ ਬਾਇਜ਼ਤ ਤਰੀਕੇ ਨਾਲ ਆਪਣੇ ਘਰਾਂ ਵਿੱਚ ਤੋਰਨ। ਮੇਰਾ ਖਿਆਲ ਹੈ ਕਿ ਇਹਨਾਂ ਨਾਲੋਂ ਤਾਂ ਮੁਗਲ ਚੰਗੇ ਸੀਗੇ। ਘੱਟੋ ਘੱਟ ਉਹ ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਤਾਨਾਸ਼ਾਹ ਹਾਂ, ਅਸੀਂ ਵੋਟਾਂ ਨੂੰ ਕੋਈ ਜਵਾਬ, ਵੋਟਰਾਂ ਨੂੰ ਜਵਾਬ ਦੇਣੀ ਲੋਕਾਂ ਨੂੰ, ਕਿਉਂਕਿ ਅਸੀਂ ਵੋਟਾਂ ਨਹੀਂ ਲਈਆਂ। ਸਾਡੇ ਲੀਡਰ ਤਾਂ ਵੋਟਾਂ ਲੈ ਕੇ ਤੇ ਪੜਦਾ ਇੱਕ ਦਿਖਾਵਾ ਜਮਹੂਰੀਅਤ ਦਾ ਢੋਂਗ ਰਚਦੇ ਨੇ ਤੇ ਹੈਗੇ ਨੇ ਅਸਲ ਵਿੱਚ ਅੰਦਰੋਂ ਤਾਨਾਸ਼ਾਹ। ਇਹ ਮੁਗਲ ਜਿਹੜੇ ਉਸ ਵਕਤ ਜ਼ਿਆਦਤੀਆਂ ਕਰਦੇ ਉਹਨਾਂ ਨਾਲੋਂ ਘੱਟ ਨਹੀਂ ਗੇ। ਉਹਨਾਂ ਨੂੰ ਪੁੱਛੋ ਜਿਹਨਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਗਈਆਂ ਨੇ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦੇ, ਉਹਨਾਂ ਨੂੰ ਜਰਾ ਜਾ ਕੇ ਪੁੱਛੋ ਜਿਹੜੇ ਕਿਸਾਨ ਕੜਕਦੀ ਠੰਡ ਵਿੱਚ ਬੈਠੇ ਨੇ ਥੱਲੇ ਪੁੱਜੇ ਤੇ ਹੁਣ ਤਪਦੀ ਇਸ ਗਰਮੀ ਦੇ ਵਿੱਚ ਪੁੰਜੇ ਬੈਠੇ ਨੇ ਤੇ ਦੁਨੀਆ ਭਰ ਨੇ ਲਾਂਤਾਂ ਪਾਈਆਂ ਨੇ ਮੋਦੀ ਨੂੰ। ਇਕੱਲੇ ਮੈਂ ਨਹੀਂ ਕਹਿ ਰਿਹਾ ਕਿ ਇੱਕ ਪਾਰਟੀ ਨੇ ਜਾਂ ਭਾਰਤ ਦੀਆਂ ਕੁਝ ਪਾਰਟੀਆਂ ਨੇ ਪਾਈਆਂ, ਦੁਨੀਆ ਭਰ ਦੇ ਇੰਟਰਨੈਸ਼ਨਲ ਮੀਡੀਆ ਨੇ। ਪਿਛਲੇ ਦਿਨੀ ਵਾਸ਼ਿੰਗਟਨ ਪੋਸਟ ਵਿੱਚ ਸਭ ਤੋਂ ਵੱਡੀ ਅਖਬਾਰ ਹੈ ਅਮਰੀਕਾ ਦੀ, ਉਹਦੇ 'ਚ ਇੱਕ ਨਾ ਫਰੰਟ ਪੇਜ ਉਹਨਾਂ ਨੇ ਮਗਰਮੱਛ ਦੀ ਫੋਟੋ ਲਾਈ ਤੇ ਉਹਨਾਂ ਨੇ ਕਿਹਾ ਮਗਰਮੱਛ ਤਾਂ ਉਦੋਂ ਹੰਝੂ ਵਹਾਉਂਦਾ ਜਦੋਂ ਉਹਦੇ ਬੱਚੇ ਮਰਦੇ ਨੇ ਜਾਂ ਉਹਨੂੰ ਮੌਤ ਦਿਸਦੀ ਆ। ਤੇ ਮੋਦੀ ਜਿਹੜਾ ਹੈਗਾ ਇਹ ਮਗਰਮੱਛ ਦੇ ਹੰਝੂ ਵਹਾ ਰਿਹਾ। ਜਿਹੜੀ ਕਹਾਵਤ ਬਣੀ ਨਾ ਕਿ ਜਦੋਂ ਤੁਸੀਂ ਫਰਜ਼ੀ ਰੋਣਾ ਹੁੰਦਾ ਉਦੋਂ ਤੁਸੀਂ ਉਹਨੂੰ ਕਹਿੰਦੇ ਮਗਰਮੱਛ ਦੇ ਹੰਝੂ ਰੋਣਾ। ਇਹ ਤਾਂ ਮਗਰਮੱਛਾਂ ਨੂੰ ਵੀ ਮਾਤ ਦੇ ਗਏ ਨੇ। ਇਸ ਕਰਕੇ ਅੱਜ ਵੀ ਸਮਾਂ ਵਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਉਹਨਾਂ ਦੀਆਂ ਗੱਲਾਂ ਜਾਇਜ਼, ਜੋ ਇਸ ਦੇਸ਼ ਦੇ ਵਿੱਚ ਬਹੁਤ ਗਿਣਤੀ ਕਰੋੜਾਂ ਲੋਕਾਂ ਦੇ ਜਜ਼ਬਾਤ ਜੁੜੇ ਨੇ ਕਿਸਾਨ ਅੰਦੋਲਨ ਦੇ ਨਾਲ, ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਕਈ ਪਾਰਟੀਆਂ ਵੱਲੋਂ ਚਿੱਠੀ ਲਿਖੀ ਗਈ ਕੇਂਦਰ ਸਰਕਾਰ ਨੂੰ ਕਿ ਮੀਟਿੰਗ ਕੀਤੀ ਜਾਵੇ ਕਿਸਾਨਾਂ ਦੇ ਨਾਲ। ਬਿਲਕੁਲ। ਪਹਿਲੀ ਗੱਲ ਤਾਂ ਕਿਸਾਨਾਂ ਨੂੰ ਇੰਨੇ ਮਹੀਨੇ ਤੋੜਿਆ ਕਿਉਂ ਆ? ਬੰਗਾਲ ਦੀ ਇਲੈਕਸ਼ਨ ਜ਼ਰੂਰੀ ਸੀਗੀ
ਕਿ ਕਿਸਾਨ ਅੰਦੋਲਨ ਜਿਹੜਾ ਇਸ ਦੇਸ਼ ਦਾ 60% ਪੇਂਡੂ ਤਬਕਾ ਜਿਹੜਾ ਇਸ ਦੇਸ਼ ਦਾ ਅੰਨਦਾਤਾ ਵਾ, ਉਹ ਤੁਹਾਡੇ ਬੂਹੇ ਤੇ ਆਣ ਕੇ ਬੈਠਾ ਹੋਇਆ। ਤੁਹਾਨੂੰ ਬੰਗਾਲ ਦੀਆਂ ਤੇ ਆਪਣੇ ਪੌਂਡੀਚੇਰੀ ਦੀਆਂ ਇਲੈਕਸ਼ਨਾਂ ਤੇ ਕੇਰਲਾ ਦੀਆਂ ਚੋਣਾਂ ਜ਼ਿਆਦਾ ਪਿਆਰੀਆਂ ਨੇ। ਗੱਲਬਾਤ ਕਦੀ ਵੀ ਤੋੜਨੀ ਨਹੀਂ ਸੀ ਚਾਹੀਦੀ, ਭਾਵੇਂ ਕਿੱਡੇ ਹੀ ਉਹਦੇ 'ਚ ਡਿਫਰੈਂਸ ਆਫ ਓਪੀਨੀਅਨ ਹੋਣ, ਗੱਲਬਾਤ ਜਾਰੀ ਰਹਿਣੀ ਚਾਹੀਦੀ ਸੀਗੀ। ਔਰ ਹੁਣ ਵੀ ਉਹਨਾਂ ਨੂੰ ਗੱਲਬਾਤ ਰਾਹੀਂ ਇਸ ਮਸਲੇ ਦਾ ਛੇਤੀ ਤੋਂ ਛੇਤੀ ਫੈਸਲਾ ਕਰਨਾ ਚਾਹੀਦਾ ਵਾ। ਤਿੰਨੇ ਕਾਨੂੰਨ ਕਾਲੇ ਰੱਦ ਹੋਣੇ ਚਾਹੀਦੇ ਆ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਵਾਪਸ ਹੋਣਾ ਚਾਹੀਦਾ। ਜਿਹੜਾ ਪਰਾਲੀ ਨੂੰ ਲੈ ਕੇ ਕਰੋੜ ਰੁਪਏ ਜੁਰਮਾਨਾ ਸੀਗਾ, ਉਹ ਸਾਰਾ ਕਾਨੂੰਨ ਜਿਹੜਾ ਹੈਗਾ ਉਹ ਬੀਜੇਪੀ ਸਰਕਾਰ ਨੂੰ ਵਾਪਸ ਲੈਣਾ ਪਵੇਗਾ। ਅਲਟੀਮੇਟ ਲੈਣਾ ਪੈਣਾ ਵਾ। ਅੱਜ ਲੈ ਲੈਣ ਚੰਗੇ ਰਹਿਣਗੇ। ਉਹ ਪੰਜਾਬੀ 'ਚ ਕਹਿੰਦੇ ਹੁੰਦੇ ਕਿ 100 ਜੁੱਤੀ ਤੇ 100 ਗੰਢਾ, ਇਹ ਕਰਕੇ ਫਿਰ ਵੀ ਕਾਨੂੰਨ ਵਾਪਸ ਲੈਣੇ ਪੈਣਗੇ। ਸਰਕਾਰ ਦਾ ਕਹਿਣਾ ਕਿ ਜਿਹੜੇ ਦਿੱਲੀ ਕਿਸਾਨ ਬੈਠੇ ਹੋਏ ਨੇ, ਇਹ ਪੰਜਾਬ ਦੇ ਵਿੱਚ ਕਰੋਨਾ ਫੈਲਾ ਰਹੇ ਨੇ। ਜਦੋਂ ਬੰਗਾਲ ਦੇ ਵਿੱਚ ਪ੍ਰਾਈਮ ਮਿਨਿਸਟਰ ਜਾ ਕੇ ਲੱਖ ਆਦਮੀ ਦੀ ਰੈਲੀ ਕਰਦੇ ਨੇ, ਜਾਂ ਇਸ ਦੇਸ਼ ਦੇ ਵਿੱਚ 4 ਸੂਬਿਆਂ 'ਚ ਇਲੈਕਸ਼ਨਾਂ ਹੋ ਕੇ ਹਟੀਆਂ ਨੇ, ਬੀਜੇਪੀ ਦੇ ਆਗੂ ਜਦੋਂ ਉੱਥੇ 50-50 ਹਜ਼ਾਰ ਦਾ ਇਕੱਠ ਕਰਦੇ ਨੇ, ਉਦੋਂ ਕਰੋਨਾ ਨਹੀਂ ਫੈਲਦਾ। ਕਿ ਖੱਟੜ ਜਦੋਂ ਜਾ ਕੇ ਪ੍ਰੋਗਰਾਮ ਕਰਦਾ ਹਰਿਆਣੇ ਦੇ ਵਿੱਚ, ਕਿ ਉੱਥੇ ਕਰੋਨਾ ਨਹੀਂ ਫੈਲਦਾ। ਔਰ ਕਿਸਾਨ ਤਾਂ ਕਹਿ ਰਹੇ ਨੇ ਕਿ ਸਾਡੇ ਟੈਸਟ ਤੁਸੀਂ ਜਿੰਨੇ ਕਰਾਉਣੇ ਨੇ, ਧਰਨੇ ਵਿੱਚ ਆਣ ਕੇ ਸਾਡੇ ਟੈਸਟ ਕਰਾਓ, ਤੇ ਜਿਹੜੇ ਲੋਕ ਕਰੋਨਾ ਪੋਜ਼ਿਟਿਵ ਆ ਅਸੀਂ ਉਹਨਾਂ ਨੂੰ ਉਹਨਾਂ ਦਾ ਧਿਆਨ ਤੇ ਉਹਨਾਂ ਦਾ ਇਲਾਜ ਆਪ ਕਰਵਾਵਾਂਗੇ। ਉਹ ਤਾਂ ਕਿਸੇ ਮਜਬੂਰੀ 'ਚ ਬੈਠੇ ਨੇ। ਬੰਗਾਲ ਦੇ ਵਿੱਚ ਇਕੱਠ ਕਰਨਾ ਕੋਈ ਮਜਬੂਰੀ ਨਹੀਂ ਸੀ ਪ੍ਰਾਈਮ ਮਿਨਿਸਟਰ ਲਈ, ਉਹ ਅਵੋਇਡ ਕੀਤਾ ਜਾ ਸਕਦਾ ਸੀ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦੇਸ਼ ਵਿੱਚ ਐਡਾ ਇਲੈਕਟ੍ਰੋਨਿਕ ਮੀਡੀਆ ਵਾ, ਇੰਨੇ ਚੈਨਲਸ ਨੇ, ਇੰਨਾ ਸੋਸ਼ਲ ਮੀਡੀਆ, ਉਹ ਐਡੇ ਵੱਡੇ ਇਕੱਠ ਕਰਕੇ ਜਿਹੜਾ ਕਰੋਨਾ ਇੱਕ ਅਪਸਰਜ ਆਈ ਆ, ਉਹ ਇਲੈਕਸ਼ਨਾਂ ਤੋਂ ਬਾਅਦ ਆਈ ਸੀਗੀ। ਇਹਦੇ ਲਈ ਉਹ ਜ਼ਿੰਮੇਵਾਰ ਨੇ, ਨਾ ਕਿ ਕਿਸਾਨ ਜ਼ਿੰਮੇਵਾਰ। ਪੰਜਾਬ ਦੇ ਵਿੱਚ ਵੈਕਸੀਨ ਦੀ ਕਮੀ ਆ ਰਹੀ ਹੈ। ਇਹ ਪੰਜਾਬ ਸਰਕਾਰ ਵੱਲੋਂ ਕਈ ਵਾਰ ਕੇਂਦਰ ਨੂੰ ਚਿੱਠੀ ਵੀ ਲਿਖੀ ਗਈ ਆ, ਪਰ ਹਜੇ ਤੱਕ ਦੇਖੋ, ਇਹਦੇ ਵਿੱਚ ਆਈ ਵੁੱਡ ਹੋਲਡ ਦ ਬੀਜੇਪੀ ਗਵਰਨਮੈਂਟ ਰਿਸਪੌਂਸਿਬਲ, ਸੈਂਟਰਲ ਗਵਰਨਮੈਂਟ, ਜਿਹੜੀ ਤਾਂ ਅਸਲ ਸਾਡੇ ਕੋਲ ਵੈਕਸੀਨ ਦੇ ਡੋਜ਼ਸ ਸੀਗੇ, ਸਟਾਕ ਸੀਗਾ, ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਤੋਰ ਦਿੱਤਾ ਆਪਣੀ ਨਲਾਇਕੀ ਦੇ ਕਰਕੇ। ਅੱਜ ਹੁਣ ਸਟੇਟਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਗਲੋਬਲ ਟੈਂਡਰਸ ਫਲੋਟ ਕਰਕੇ ਤੁਸੀਂ ਵੈਕਸੀਨ ਅਰੇਂਜ ਕਰਾਓ, ਤੇ ਜਿਹੜੀ ਸੈਂਟਰ ਆ ਉਹ ਵੈਕਸੀਨ ਆਪਣੀਆਂ ਸਟੇਟਾਂ ਨੂੰ ਅੰਤਰ ਨਾ ਦੇ ਰਹੀ ਆ। ਬੀਜੇਪੀ ਰੂਲਡ ਸਟੇਟਸ ਨੂੰ ਹੋਰ ਤਰ੍ਹਾਂ ਦੇ ਰਹੀ ਆ, ਨਾਨ ਬੀਜੇਪੀ ਸਟੇਟਸ ਨੂੰ ਹੋਰ ਤਰ੍ਹਾਂ ਦੇ ਰਹੀ। ਇਹ ਪਹਿਲੀ ਵਾਰ ਦੇਖਿਆ ਕਿ ਕੇਂਦਰ ਦੀ ਸਰਕਾਰ ਈਵਨ ਇਸ ਤਰ੍ਹਾਂ ਦੀ ਮਹਾਮਾਰੀ ਦੇ ਵਿੱਚ, ਤਰਸਯੋਗ ਹਾਲਾਤਾਂ ਦੇ ਵਿੱਚ ਵੀ ਲੋਕਾਂ ਨੂੰ ਅੱਧ-ਵਾਟੇ ਜਿਹੜਾ ਛੱਡਿਆ ਵਾ। ਇਹਦੇ ਲਈ ਵੈਕਸੀਨ ਦੀ ਅਗਰ ਸ਼ਾਰਟੇਜ ਆ, ਉਹਦੇ ਲਈ ਸਕੁਅਰਲੀ ਰਿਸਪੌਂਸਿਬਲ ਬੀਜੇਪੀ ਦੀ ਗਵਰਨਮੈਂਟ ਹੈ। ਸਰ, ਇਹ ਇਸ ਟਾਈਮ ਦੀ ਕਰੋਨਾ ਦੀ ਮਹਾਮਾਰੀ ਦੇ ਵਿੱਚ ਪਾਰਟੀਆਂ ਨੇ, ਸਿਆਸੀ ਪਾਰਟੀਆਂ ਛੱਡ ਕੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ, ਪਰ ਹਰ ਇੱਕ ਪਾਰਟੀ ਆਪਣਾ ਜਿਹੜਾ ਬਿਆਨਬਾਜ਼ੀ ਕਰ ਰਹੀ ਹੈ ਜੀ ਕਰੋਨਾ ਮਹਾਮਾਰੀ। ਦੇਖੋ, ਅਸੂਲਨ ਤਾਂ ਜਿਹੜਾ ਇਹ ਇੱਕ ਨੈਸ਼ਨਲ ਟ੍ਰੈਜੇਡੀ ਹੈ ਜੀ, ਔਰ ਇਹਦੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਘੱਟੋ ਘੱਟ ਹੈਲਥ ਐਮਰਜੈਂਸੀ ਡਿਕਲੇਅਰ ਕਰ ਦੇਣੀ ਚਾਹੀਦੀ ਸੀ। ਔਰ ਜਿਹੜੇ ਫੈਸਲੇ ਸਰਕਾਰਾਂ ਨੇ ਲਏ ਲੋਕਡਾਊਨ ਦੇ, ਚਾਹੇ ਨੈਸ਼ਨਲ ਲੈਵਲ ਤੇ ਚਾਹੇ ਸਟੇਟ ਲੈਵਲ, ਉਹਨਾਂ ਦੀ 100% ਪਾਲਣਾ ਹੋਣੀ ਚਾਹੀਦੀ ਸੀ। ਪਰ ਇਸ ਦੇਸ਼ ਵਿੱਚ ਇੱਕ ਨੁਕਸ ਹੈ ਕਿ ਜਿਹੜੇ ਕਾਨੂੰਨ ਬਣਾਉਂਦੇ ਨੇ, ਸਭ ਤੋਂ ਪਹਿਲਾਂ ਉਹੀ ਤਾਂ ਤੋੜਦੇ ਸੀ। ਜਦੋਂ ਪ੍ਰਾਈਮ ਮਿਨਿਸਟਰ ਨੇ, ਬੀਜੇਪੀ ਨੇ ਜਾਂ ਦੂਜੇ ਆਗੂਆਂ ਨੇ ਵੱਡੀਆਂ ਰੈਲੀਆਂ ਕਰਕੇ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ 20 ਬੰਦਿਆਂ ਤੋਂ ਜ਼ਿਆਦਾ ਨਹੀਂ ਇਕੱਠੇ ਹੋ ਸਕਦੇ, ਆਪ 20,000 ਦਾ ਇਕੱਠ ਕਰਦੇ ਨੇ। ਇਸ ਕਰਕੇ ਜਿੱਥੇ ਕਾਨੂੰਨ ਸਰਕਾਰਾਂ ਦੇ ਬੰਦੇ ਬੈਠੇ ਆਪ ਤੋੜਦੇ ਨੇ, ਉੱਥੇ ਫਿਰ ਥੱਲੇ ਲੋਕਾਂ ਨੂੰ ਕੀ ਯਕੀਨ ਦਿਵਾਉਣਗੇ? ਤਾਈਓ ਕਿਸੇ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਜੈਨੂਅਨਲੀ ਨਹੀਂ ਥੱਲੇ ਹੋ ਰਹੀ, ਕਿਉਂਕਿ ਲੋਕਾਂ ਨੂੰ ਪਤਾ ਵਾ ਕਿ ਇਹ ਸਾਰੇ ਕਾਨੂੰਨ ਤੇ ਅਸੂਲ ਤੇ ਗਾਈਡਲਾਈਨਸ ਇਹ ਫਰਜ਼ੀ ਬਣਾਈਆਂ। ਸ਼ਾਇਦ ਇੰਡੀਆ ਵਿੱਚ ਇਹ ਜਿਹੜੀ ਸੈਕੰਡ ਵੇਵ ਆਫ ਕੋਵਿਡ-19 ਹੈ, ਐਡੇ ਭਾਰੀ ਤਰੀਕੇ ਦੇ ਇੰਨੀਆਂ ਮੌਤਾਂ ਨਹੀਂ ਸੀ ਹੋਣੀਆਂ ਅਗਰ ਸਾਡੀ ਦੇਸ਼ ਦੀ ਲੀਡਰਸ਼ਿਪ ਦੂਰਅੰਦੇਸ਼ੀ ਨਾਲ ਚੱਲਦੀ। ਸਾਰੇ ਮੀਡੀਆ ਨੇ, ਬਾਹਰੋਂ ਵਿਦੇਸ਼ਾਂ 'ਚੋਂ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਕਾਲ ਵਿੱਚ ਇਹ ਸਾਰੇ ਜਿਹੜੇ ਕਦਮ ਚੱਕੇ, ਔਰ ਉਹਦੇ ਕਰਕੇ ਦੁਬਾਰਾ ਸੈਕੰਡ ਵੇਵ ਨੇ ਬਹੁਤ ਵੱਡੇ ਪੱਧਰ 5-5 ਹਜ਼ਾਰ ਮੌਤਾਂ ਹੋਈਆਂ ਨੇ। ਇਹ ਉਹ ਨੇ ਜਿਹੜੀਆਂ ਰਿਪੋਰਟਡ ਨੇ। ਲੈਟ ਮੀ ਟੈਲ ਯੂ, ਬਹੁਤ ਸਾਰਾ ਇਸ ਦੇਸ਼ ਦਾ ਪੇਂਡੂ ਹਿੱਸਾ ਇਹੋ ਜਿਹਾ ਜਿੱਥੇ ਅਨਰਿਪੋਰਟਡ ਡੈਥਸ ਹੋਈਆਂ ਨੇ, ਜਿਹੜੇ ਕੇਸ ਜਿੱਥੇ ਟੈਸਟਿੰਗ ਹੀ ਨਹੀਂ ਕਿਤੇ ਹੋਈ, ਜਿੱਥੇ ਕਰੋਨਾ ਦੇ ਕਰਕੇ ਲੋਕਾਂ ਦੇ ਕੋਲ ਕੋਈ ਸਕੋਪ ਹੀ ਨਹੀਂ ਸੀਗਾ ਕਿ ਆਪਣੇ ਮਰੀਜ਼ ਨੂੰ ਕਿਸੇ ਹਸਪਤਾਲ ਲੈ ਜਾਣ। ਤੁਸੀਂ ਦੇਖਿਆ ਜਦੋਂ ਪੂਰੇ ਪੀਕ ਤੇ ਆਇਆ ਤੇ ਨਾ ਮੰਜੇ ਸੀਗੇ, ਨਾ ਆਕਸੀਜਨ ਸੀ, ਨਾ ਨਰਸਾਂ ਸੀ, ਨਾ ਡਾਕਟਰ ਸੀ। ਸਾਡੇ ਕੋਲ ਇੱਦਾਂ ਦੇ ਸਾਧਨ ਹੀ ਹੈ ਨਹੀਂ ਸੀ। ਇਸ ਕਰਕੇ ਜਿਹੜੇ ਦੂਰ ਦਰਾਜ ਇਲਾਕੇ ਨੇ ਭਾਰਤ ਦੇ, ਜਿਹੜੇ ਪੇਂਡੂ ਇਲਾਕੇ ਨੇ, ਮੇਰਾ ਇਹ ਮੰਨਣਾ ਕਿ ਇਹਦੇ 'ਚ ਮੌਤਾਂ ਇਹਦੇ ਨਾਲ ਕਈ ਗੁਣਾ ਜ਼ਿਆਦਾ ਹੋਈਆਂ, ਤੇ ਕਰੋਨਾ ਕੋਵਿਡ ਦੇ ਕੇਸਿਸ ਭਾਰਤ ਵਿੱਚ ਇਹਦੇ ਨਾਲ ਕਈ ਗੁਣਾ ਜ਼ਿਆਦਾ। ਦੇ ਆਰ ਆਲ ਅੰਡਰ ਰਿਪੋਰਟਡ ਬਿਕੋਜ਼ ਆਫ ਦ ਫੇਲਿਅਰ ਆਫ ਦ ਗਵਰਨਮੈਂਟ ਐਟ ਆਲ ਲੈਵਲਸ। ਸਰ, ਜ਼ਿੰਮੇਵਾਰ ਕਿਹਨੂੰ ਸਮਝ ਰਹੇ ਹੋ? ਦੇਖੋ, ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਪੂਰੀ ਸਾਡੀ ਤਿਆਰੀ ਹੈ। ਦੇਖੋ, ਜਿਹੜਾ ਕੋਵਿਡ ਵਾਲੇ ਕ੍ਰਾਈਸਿਸ ਵਿੱਚ ਇਟਸ ਅ ਨੈਸ਼ਨਲ ਫੇਲਿਅਰ, ਇਟਸ ਬੇਸਿਕਲੀ ਅ ਨੈਸ਼ਨਲ। ਜਦੋਂ ਮੈਂ ਕਹਿੰਦਾ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਵੀ ਆਉਂਦੇ, ਉਹਦੇ ਸੂਬਿਆਂ ਦੀਆਂ ਸਰਕਾਰਾਂ ਦਾ ਵੀ ਰੋਲ ਆਉਂਦਾ। ਇਟਸ ਅ ਨੈਸ਼ਨਲ ਅਲਟੀਮੇਟ ਡਿਜ਼ਾਸਟਰ ਐਂਡ ਨੈਸ਼ਨਲ ਫੇਲਿਅਰ। ਦੇ ਕੁਡ ਹੈਵ ਡੈਲਟ ਵਿਦ ਇਟ ਇਨ ਮਚ ਬੈਟਰ ਵੇ। ਔਰ ਮੈਂ ਇਹੀ ਅਰਦਾਸ ਕਰਦਾ ਕਿ ਜਿਹੜਾ ਹੁਣ ਇਹ ਜਿਹੜੀ ਕੋਵਿਡ-19 ਦੀ ਲਹਿਰ ਘਟੇ,
ਲੋਕੀ ਜਿਹੜੇ ਨੇ ਉਹਨਾਂ ਨੂੰ ਕੋਈ ਰਾਹਤ ਮਿਲੇ, ਗਰੀਬਾਂ ਨੂੰ ਸਰਕਾਰਾਂ ਉਹਨਾਂ ਦੇ ਘਰਾਂ ਤੱਕ ਰਾਸ਼ਨ ਦੇਣ, ਉਹਨਾਂ ਨੂੰ ਥੋੜ੍ਹੀ ਬਹੁਤੀ ਅਮਦਾਦ ਦੇਣ ਤਾਂ ਕਿ ਜਿੰਨੀ ਦੇਰ ਉਹ ਕੰਮ ਨਹੀਂ ਕਰ ਸਕੇ ਉਹ ਆਪਣਾ ਜਿਹੜਾ ਮਸਲਾ ਜਿਹੜਾ ਹੈ ਉਹ ਹੱਲ ਕਰ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। अमृतसर से ललित शर्मा।